65 ਨੰਬਰ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। तो 65 नंबर पौड़ी। ए मन नह चल हिरदय वसीले, गुरमुख मूल पछान रहै, नाव पवन घर आसन बैसै, गुरमुख खोजत तत लहै। ये मन निहचल हिरदय वसील, गुरमुख मूल पछान रहै, नाव पवन घर आसन बैसै, गुरमुख खोजत तत लहै। सो शब्द निरंतर निज कर आछै, त्रै भवन जोत सो शब्द लहै, खावै दुख भूख साचे की, साचे ही तृपतास रहे, अनहद बाणी गुरमुख जानी, बिरलो को अर्थावै, नानक आख्यै सच सुभाखै, सच रपे रंग कबहू न जावै, अनहद बाणी गुरमुख जानी, बिरलो को अर्थावै, नानक आख्यै सच सुभाखै, सच रपै रंग कबहू न जावै। पिछली पौड़ी नंबर 64 ਵਿੱਚ ਸਿੱਧਾ ਨੇ ਪੁੱਛਿਆ ਸੀ ਕਿ ਉਦੋਂ ਨਾਨਕ, ਇਹ ਜੋਗੀ ਨਾਨਕ ਮਨ ਭਟਕ ਰਿਹਾ, ਮਨ ਟਿਕਦਾ ਨਹੀਂ, ਟਿਕਾਓ ਨਹੀਂ ਬਣਦਾ। ਅਸੀਂ ਤਾਂ ਸਾਰਾ ਕੁਝ ਛੱਡ ਕੇ ਜੰਗਲਾਂ ਵਿੱਚ ਤਾਂ ਹੀ ਆਏ ਸਾਂ ਕਿ ਇਹ ਮਨ ਟਿਕ ਜਾਏ, ਭਟਕਣੋਂ ਹਟ ਜਾਏ। ਸਾਡੇ ਵਿਚਾਰ ਅਨੁਸਾਰ ਦੁਨੀਆ ਦੇ ਅਡੰਬਰਾਂ ਕਰਕੇ ਮਨ ਭਟਕਦਾ ਹੈ। ਅਸੀਂ ਦੁਨੀਆ ਦੇ ਅਡੰਬਰ ਹੀ ਛੱਡ ਆਏ। ਨਾ ਹੋਏਗਾ ਬਾਂਸ, ਨਾ ਵਜੇਗੀ ਬਾਂਸਰੀ, ਨਾ ਦੁਨੀਆ 'ਚ ਰਵਾਂਗੇ, ਨਾ ਦੁਨੀਆ ਦੇ ਅਡੰਬਰ ਹੋਣਗੇ। ਅਡੰਬਰ ਛੱਡ ਆਏ ਕਿ ਮਨ ਟਿਕ ਜਾਏ, ਮਨ ਸਥਿਰ ਹੋ ਜਾਏ, ਪਰ ਬਣਿਆ ਕੁਝ ਨਹੀਂ। ਕੋਈ ਗੱਲ ਸਿਰੇ ਨਾ ਚੜੀ। ਜੋ ਸੁਪਨੇ ਅਸੀਂ ਵੇਖੇ ਸਨ, ਉਹ ਸੁਪਨੇ ਸੁਪਨੇ ਹੀ ਰਹਿ ਗਏ, ਅਸਲੀਅਤ ਨਾ ਬਣ ਸਕੇ। ਸੁਪਨੇ ਦੁਨੀਆ ਤੇ ਭਰੋਸਾ ਕਰ ਬੈਠੇ, ਘਰ-ਬਾਰ ਛੱਡ ਦਿਆਂਗੇ, ਜੰਗਲਾਂ 'ਚ ਜਾਵਾਂਗੇ, ਉੱਥੇ ਸਮਾਧੀਆਂ ਲਾਵਾਂਗੇ, ਇਹ ਮਨ ਟਿਕ ਜਾਏਗਾ। ਇੱਕ ਸੁਪਨਾ ਲਿਆ ਸੀ ਅਸੀਂ, ਪਰ ਬਣਿਆ ਕੁਝ ਨਾ। ਸੁਪਨਾ ਸੁਪਨਾ ਹੀ ਰਿਹਾ, ਅਸਲੀਅਤ ਵਿੱਚ ਬਦਲਿਆ ਹੀ ਨਹੀਂ। ਸਾਡੇ ਨਾਲ ਤਾਂ ਉਸ ਤਰ੍ਹਾਂ ਹੀ ਹੋਇਆ ਜਿਵੇਂ ਕੋਈ ਮਨੁੱਖ ਸੁਪਨੇ 'ਚ ਰਾਜਾ ਬੈਠ ਜਾਏ, ਬਣ ਜਾਏ ਤੇ ਆਪਣਾ ਹੁਕਮ ਚਲਾ ਲਵੇ, ਪਰ ਨੀਂਦ ਮੁੱਕ ਜਾਣ ਤੇ ਜਦੋਂ ਅੱਖ ਖੁੱਲੇ ਤਾਂ ਸੁਪਨੇ ਵਿੱਚ ਦੇਖੇ ਹੋਏ ਉਹ ਰਾਜ ਭਾਗ ਦਾ ਨਜ਼ਾਰਾ ਉਸੇ ਵੇਲੇ ਚੌਪਟ ਹੋ ਜਾਂਦਾ ਹੈ। ਫਿਰ ਉਸੇ ਮੰਜੀ ਦੇ ਉੱਤੇ ਹੀ ਲੰਮਾ ਪਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ। ਸੁਪਨਿਆਂ ਦੀ ਦੁਨੀਆ ਤੇ ਭਰੋਸਾ ਕਰਨ ਵਾਲੇ ਜ਼ਿੰਦਗੀ ਵਿੱਚ ਹਮੇਸ਼ਾ ਧੋਖਾ ਖਾਂਦੇ ਹਨ। ਅਖਬਾਰ ਵਿੱਚ ਇਸ਼ਤਿਹਾਰ ਆ ਜਾਏ, ਨੌਕਰੀ ਦਾ ਐਡਵਰਟਾਈਜ਼ਮੈਂਟ ਆ ਜਾਏ ਤੇ ਬੰਦਾ ਇੰਟਰਵਿਊ ਦੇਣ ਚਲਾ ਜਾਏ, ਜਦੋਂ ਉਹਨੂੰ ਪੁੱਛਿਆ ਤੇਰੀ ਕੋਈ ਡਿਗਰੀ, ਹਾਂਜੀ ਹੈ, ਦਿਖਾਓ, ਵੀ ਇਹ ਡਿਗਰੀ ਤਾਂ ਸੁਪਨੇ 'ਚ ਆਈ ਸੀ।
ਤੇ ਸੁਪਨਿਆਂ ਦੀਆਂ ਡਿਗਰੀਆਂ ਨਾਲ ਕਦੀ ਨੌਕਰੀਆਂ ਨਹੀਂ ਮਿਲਦੀਆਂ। ਜੋਗੀਆਂ ਦੇ ਸੁਪਨੇ ਵੀ ਇਹੋ ਜਿਹੇ ਸਨ। ਬੜੀ ਮੁਸ਼ਕਿਲ ਬਣੀ ਹੋਈ ਹੈ। ਜੋਗੀਆਂ ਨੇ ਸਵਾਲ ਕੀਤਾ ਸੀ, ਹਾਥੀ ਵਰਗਾ ਮਨ ਬੜਾ ਹੀ ਤਾਕਤਵਰ ਹੈ, ਸਾਡੇ ਕਾਬੂ ਹੀ ਨਹੀਂ ਆਉਂਦਾ, ਸਾਡੇ ਕਾਬੂ ਆ ਹੀ ਨਹੀਂ ਰਿਹਾ। ਅਸੀਂ ਸੋਚਿਆ ਸੀ ਪ੍ਰਾਣਾਯਾਮ ਕਰਾਂਗੇ, ਪ੍ਰਾਣਾਂ ਨੂੰ ਟਿਕਾ ਕੇ ਈੜਾ ਸੁਖਮਣਾ ਦੇ ਰਾਹੀਂ ਈੜਾ ਪਿੰਗਲਾਂ ਦੀ ਰਾਹੀਂ ਸੁਖਮਣਾ 'ਚ ਜਾ ਕੇ ਟਿਕਾ ਦਿਆਂਗੇ, ਫਿਰ ਇਹ ਸਵਾਸ ਜਾ ਕੇ ਕਾਬੂ ਵਿੱਚ ਆ ਜਾਣਗੇ। ਅਸੀਂ ਬੜਾ ਯਤਨ ਕੀਤਾ, ਪਰ ਉੱਥੇ ਵੀ ਇਹ ਮਨ ਟਿਕਾਊ ਵਿੱਚ ਨਾ ਆਇਆ। ਪਰ ਮਸਲਾ ਹੱਲ ਨਹੀਂ ਹੋਇਆ। ਕੱਲ ਦੇ ਕੁਝ ਸਵਾਲ ਸਨ ਜਿਹਦੀ ਗੁਰੂ ਪਾਤਸ਼ਾਹ ਨੇ ਕੁਝ ਵਿਆਖਿਆ ਨਾਲ ਕੀਤੀ ਹੈ, ਤੇ ਕੁਝ ਅੱਜ ਦੀ ਇਸ ਪੌੜੀ ਦੇ ਵਿੱਚ ਹੋਰ ਉਹਨੂੰ ਵਿਆਖਿਆ ਸ਼ਾਇਦ ਸਾਡੇ ਸਾਹਮਣੇ ਰੱਖਿਆ ਹੈ। ਇਸ ਵਾਸਤੇ ਉਹਦਾ ਦੁਹਰਾਓ ਜ਼ਰੂਰੀ ਹੈ। ਕਹਿੰਦੇ ਅਸੀਂ ਬੜਾ ਯਤਨ ਕੀਤਾ, ਵਿਸ਼ਵਾਸਾਂ ਨੂੰ ਕੇਂਦਰਿਤ ਕਰ ਲਈਏ, ਇੱਕ ਜਗ੍ਹਾ ਤੇ ਇਕੱਠੇ ਕਰ ਲਈਏ, ਪਰ ਤਾਂ ਵੀ ਗੱਲ ਨਾ ਬਣੀ। ਹੁਣ ਇਹ ਸਵਾਲ ਤਾਂ ਸਾਡੇ ਸਾਹਮਣੇ ਵੀ ਖੜਾ ਹੈ। ਗੁਰਦੁਆਰੇ ਆਉਂਦੇ ਆ, ਮਨ ਨਾਲ ਆਉਂਦਾ ਹੈ, ਇਹ ਨਹੀਂ ਮਨ ਘਰ ਛੱਡ ਕੇ ਆਉਂਦੇ ਆ। ਮਨ ਆਉਂਦਾ ਹੈ, ਪਰ ਮਨ ਨੂੰ ਟਿਕਾਣਾ ਗੁਰਦੁਆਰੇ ਜਾ ਕੇ ਵੀ ਨਹੀਂ ਲੱਭਾ। ਕੀਰਤਨ ਦੇ ਬੈਠੇ ਹੋਏ ਆ, ਮਨ ਕੀਰਤਨ ਵਿੱਚ ਵੀ ਟਿਕਾਣਾ ਨਾ ਲੱਭ ਸਕਿਆ। ਇਹ ਸਵਾਲ ਸਾਡੇ ਸਾਹਮਣੇ ਵੀ ਹੈ। ਅਸੀਂ ਤਾਂ ਕੇਂਦਰੀ ਸਥਾਨ ਤੇ ਜਾ ਕੇ ਵੀ ਬੈਠ ਜਾਈਏ, ਵੈਸੇ ਤਾਂ ਕਦੀ ਬਹਿਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸਵਾਏ ਪਰਿਕਰਮਾ ਕਰਕੇ ਸਰੋਵਰ 'ਚ ਚੁੱਭੀ ਲਾਉਣ ਦੇ, ਮੱਥਾ ਟੇਕ ਕੇ ਬਸ ਭੱਜਣ ਦੀ ਗੱਲ ਕਰਦੇ ਹਾਂ। ਕਦੀ ਨਾਮ ਦੇ, ਬਾਣੀ ਦੇ, ਅੰਮ੍ਰਿਤ ਦੀ ਤਾਂ ਗੱਲ ਕੀਤੀ ਨਹੀਂ। ਬਸ ਬਾਹਰੋਂ ਜਲ ਦੀਆਂ ਚੂਲੀਆਂ ਭਰ ਕੇ ਸਮਝ ਲੈਂਦੇ ਸ਼ਾਇਦ ਅਸੀਂ ਕੋਈ ਅੰਮ੍ਰਿਤ ਪਾ ਲਿਆ। ਇੱਕ ਵੱਡਾ ਭੁਲੇਖਾ ਸਾਡੇ ਅੰਦਰ ਵੀ ਬਣ ਗਿਆ। ਜੇ ਬੈਠ ਵੀ ਜਾਈਏ ਫਿਰ ਮਨ ਨਹੀਂ ਉੱਥੇ ਟਿਕਦਾ। ਇਹ ਸਵਾਲ ਅੱਜ ਸਾਡੇ ਸਾਹਮਣੇ ਵੀ ਹੈ। ਗੁਰਦੁਆਰੇ ਜਾਓ ਤਾਂ ਨਿਤਨੇਮ ਕਰੀਏ, ਬਾਣੀ ਪੜ੍ਹੀਏ ਤਾਂ, ਸਹਿਜ ਪਾਠ ਕਰੀਏ ਤਾਂ, ਫਿਰ ਕਿਵੇਂ ਟਿਕੇ? ਕਿੱਥੇ ਟਿਕੇ? ਕਿੱਥੇ ਬੱਸੇ? ਕਿਉਂਕਿ ਇਹ ਆਣਾ ਜਾਣਾ ਹੋਰ ਹੈ ਤੇ ਟਿਕਣਾ ਹੋਰ ਚੀਜ਼ ਹੈ। ਆਣਾ ਜਾਣਾ ਤੇ ਟਿਕਣ ਵਿੱਚ ਬਹੁਤ ਵੱਡਾ ਫਰਕ ਹੈ। ਬਸ ਅਸੀਂ ਆਉਣ ਜਾਣ ਤੱਕ ਸੀਮਿਤ ਹੋ ਗਏ, ਟਿਕਣ ਤੱਕ ਅਸੀਂ ਵੀ ਨਹੀਂ ਪਹੁੰਚ ਸਕੇ। ਸ਼ਬਦ ਪੜ੍ਹਦੇ ਆ ਪਰ ਟਿਕਦਾ ਨਹੀਂ, ਆਵਨ ਜਾਣ ਹੀ ਹੈ, ਟਿਕਦਾ ਨਹੀਂ। ਜੇ ਅੰਦਰ ਟਿਕ ਜਾਂਦਾ ਹੁਣ ਤੱਕ ਸਥਿਰਤਾ ਬਣ ਜਾਂਦੀ, ਆਨੰਦ ਬਣ ਜਾਂਦਾ, ਜੀਵਨ ਵਿੱਚ ਰਸ ਭਰ ਜਾਂਦਾ, ਖੇੜਾ ਬਣ ਜਾਂਦਾ, ਦੁਨੀਆ ਦੀਆਂ ਚਿੰਤਾ, ਸਹਿਸੇ, ਫਿਕਰ ਮੁੱਕ ਜਾਂਦੇ। ਪਰ ਗੱਲ ਨਾ ਬਣੀ, ਨਹੀਂ ਟਿਕਿਆ। ਫਿਰ ਕਈ ਵਾਰੀ ਇਸ ਹਾਲਤ ਵਿੱਚ ਅਸੀਂ ਲਾਮਾ ਆਪਣੇ ਗੁਰੂ ਨੂੰ ਦੇ ਦਿੰਦੇ ਹਾਂ, ਸਾਰਾ ਦੋਸ਼ ਗੁਰੂ ਤੇ ਮੜ ਦਿੰਦੇ ਹਾਂ। ਪਰ ਪਿਆਰਿਓ, ਗੁਰੂ ਦੀ ਬਾਣੀ ਤਾਂ ਬਾਰ-ਬਾਰ ਕਹਿ ਰਹੀ ਹੈ ਵੀ ਟਿਕੇ ਕਿਵੇਂ, ਜਦੋਂ ਅਸੀਂ ਤਾਂ ਬਾਂਸ ਵਰਗੇ ਹਾਂ, ਅੰਦਰੋਂ ਅਸੀਂ ਖਾਲੀ ਹਾਂ। ਇੱਕ ਪਾਸੇ ਤੋਂ ਫੂਕ ਮਾਰੀਏ, ਦੂਜੇ ਪਾਸੇ ਤੋਂ ਫੂਕ ਨਿਕਲ ਜਾਂਦੀ ਹੈ। ਤੇ ਲਾਂਭਾ ਗੁਰੂ ਨੂੰ ਕਿਉਂ ਦੇ ਰਹੇ ਹਾਂ? ਸਾਡੇ ਅੰਦਰ ਤਾਂ ਛੇਕ ਹੀ ਬਹੁਤ ਨੇ। ਕਿੰਨੀ ਪਿਆਰੀ ਆਵਾਜ਼ ਹੁੰਦੀ ਹੈ, ਉਸ ਇੱਕ ਤੂੰਬੀ ਵੱਜਦੀ ਹੈ, ਕਿੰਨੀ ਕਮਾਲ ਦੀ ਕਤਾਰ ਵਿੱਚੋਂ ਆਵਾਜ਼ ਨਿਕਲਦੀ ਹੈ। ਪਰ ਜੇ ਕਿਤੇ ਉਸ ਤੂੰਬੀ ਵਿੱਚ ਛੋਟਾ ਜਿਹਾ ਛੇਕ ਹੋ ਜਾਏ, ਆਵਾਜ਼ ਭੱਦੀ ਹੋ ਜਾਂਦੀ ਹੈ। ਫਿਰ ਛੇਕ ਹੌਲੀ ਹੌਲੀ ਵੱਡਾ ਵੀ ਹੋ ਜਾਂਦਾ ਹੈ। ਸਾਡੇ ਕੋਲ ਤਾਂ 10 ਛੇਕ ਹਨ, 10 ਛੇਕ। ਇਸ ਜੀਵਨ ਦੀ ਮੋਰੀ ਵਿੱਚ ਦੇ 10 ਮੋਰੀਆਂ ਹਨ। ਕਿੰਨੀਆਂ ਹਨ, ਕਿੰਨਾ ਹਮ ਸਾਰੀ ਜ਼ਿੰਦਗੀ ਦਾ ਟਾਈਮ ਲੰਘ ਗਿਆ, ਇਹ ਮੋਰੀਆਂ ਦੇ ਦਰਵਾਜ਼ੇ ਬੰਦ ਨਾ ਕਰ ਸਕੇ। ਭਗਤ ਜੀ ਨੇ ਕਿਹਾ ਦੇਖੋ ਉਕਾਈ ਤਾਂ ਸਾਡੇ ਵਿੱਚ ਹੈ, ਸਤਿਗੁਰ ਕੀ ਸਵਾਰੇਗਾ। ਹੀਰੇ ਦੇ ਜਨਮ ਨੂੰ ਅਸੀਂ ਕੌਡੀਆਂ ਦੇ ਭਾਗ ਵਾ ਰਹੇ ਹਾਂ, ਰੋਕ ਕੋਈ ਸਕਦਾ ਨਹੀਂ।
जे कोई मनुख अंदरों खाली होवे, हंकार विच अन्ना होया होवे, गुरु की सिक्ख्या की गल कोई पसंद ना आवे, तो बनेगा की? जिवें फूक मारो बंसरी बजन लग पैंदी है, पर फूक विच टिकदी नहीं, दूजे सिरे तो बंसरी दे बाहर निकल जाती है। बस इहो ही हाल है, असीं भी बंसरी वांगू बजदे हां। एक कंन तो सुनिया, दूजे कंन तो कढ़ दिता, गुरु की सिक्ख्या का असर कोई नहीं, मन टिकदा नहीं, निकल जाता है। कबीर साचा सतगुर क्या करे, जो सिक्खा मैं चूक, अंधे एक ना लाग गई, ज्यों बांस बजाइए फूक। भगत कबीर जी का श्लोक है, श्लोक नंबर 158। सच्चा सतगुरु की करेगा, गुरु नूं क्यों लांभे दे रहा भोलिया। हुण गुरु पातशाह अज दी इस पौड़ी विच साडे इन्हां सवालां दा, इस मन नूं टिकाउण दा वो ढंग, वो जुगती, वो विधि केवल सिद्धा नूं नहीं दस रहे, सानू भी वो सेध बख्शदे हन। क्योंकि महापुरख किसी के संबंध में सिक्ख्या का बचन जो बोलते हैं, पर वो सिक्ख्या सारे संसार लिए साझी होंदी है। गल ख्याल करना, सिक्ख्या सारे संसार लिए साझी होंदी, केवल एक व्यक्ति लिए नहीं होंदी। जो 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 मनुख गुरु के सन्मुख हुंदा, वो गुरु के बोल सुन के प्रभु का निर्मल भाव अपने अंदर धारण कर लेंदा, फिर वो अपने आप की खोज करता है, अपना चिंतन करता है, अपने आप की खोज करता है, बाहर नहीं देखता लोग की करते हैं, आप चिंतन करता असीं की कर रहे हैं। जदों वो चिंतन करता है, फिर गुरु की कृपा नाल संसार च रहिंदा होया भी हौली हौली वो माया के पक्ष तो उदास हो जाता है, माया के विचों उदास हो जाता है। मन अपने आप ही फिर हंकार नूं खा के पतीत जाता है, बाहर भटकन तो मन जिहड़ा दौड़दा सी वो टिक जाता है। तो सतगुरु जी बचन करते ने, प्रथाए साखी महापुरख बोलदे, सांझी सगल जहान है। गुरमुख होए सो भौ करे, अपना आप पछाने। पर गुरमुख होवे तां ना, गुरु की शरणी पवे तां ही है ना। कहते जे पछाण लवे, फिर गुर प्रसादी जीवत मरै, तां मन ही ते मन माने। मन कल भी आया सी लफज, मन ने अपने आप नूं खा लिया। जदों गुरु का ज्ञान होया, गुरु के ज्ञान ने हंकार नूं खा लिया। मन तो वही है ना, जिनको मन की प्रतीत नाही नानक, से क्या कथे ज्ञाने। लो जो साडे वर्गे जिहड़े ने ज्ञान दीयां गल्लां तां समझा लईआं, क्या ज्ञान दीयां गल्लां कथी जान, ज्ञान दीयां जिन्हां नूं मन की प्रतीत ही नहीं आई, भरोसा ही नहीं आया, विश्वास ही नहीं बनया। तो सतगुरु जी अज सानू इस पौड़ी राही गल समझाउंदे ने भी, सिद्धो दुनिया के लोगो, ये मस्त हाथी वर्गा मन अपने जोर जां अपनी ताकत नाल काबू च नहीं आउणा, अपने हंकार नाल भी काबू च नहीं आउणा। ये काबू आउंदा जदों अपने मूल नूं पछाण लैंदा है। तां ही गुरु साहब जी ने कहा, मन तू जोत स्वरूप है, अपना मूल पछाण। बाहर क्यों क्यों मूल पछाणन लई कहते ने, हाथी वर्गा बलवान मन काबू तदों ही आएगा जदों ये अपने मूल नूं पछाणेगा। जदों नूं पता लग जाए मन हर जी तेरे नाल है, गुरमती रंग मान। जदों ये गल दी समझ आएगी कि तेरे नाल तां हरी है, तू तां हरी दा पैदा कीता होया, तू आया भी हरि को ना, जोत स्वरूप है। पर जोत स्वरूप क्यों नहीं, क्योंकि तू बाहर मुखी हो गया, तेरे ते बाहर का प्रभाव, शरीर के इंद्रियां का प्रभाव पै गया, तू अपनी जोत नाल टुट गया। मन तो यही है ना, भटकदा। तो गुरु साहब जी ने यह गल कह दी भी ये मन जिहड़ा जोत स्वरूप है, ये अपने मूल की पछाण करे, पर यह पछाण आउंदी है गुरु के हुक्म ते तुर के।
जब तक गुरु के हुक्म ते तुरना ही नहीं आया, गुरु का हुक्म कमाना ही नहीं आया, गुरु के हुक्म की समझ ही नहीं आई, गुरु की मत धारनी नहीं की, तो फिर ये मूल की पछाण भी नहीं होनी। मूल की पछाण गुरु दिखाता है ਉਹਦੇ हुक्म च रह के। जो मूल पछाण लेंदा है फिर ਇਹਨੂੰ महसूस होता ਹੁਣ ਉਹ प्यारा मेरे अंग संग है, वो तो जिथे किथे मैनू ले छड़ाई है, वो तो मेरे नाल ही है। सो सतगुरु प्यारा मेरे नाल है, अंग संग दिसदा है। फिर जह जह पेखू तह दूर कत हो ना जाई, फिर तो कहते ने सारिया विच ही है, जा दूर क्यों जावां, फिर तो घर बाहर तेरा प्रवासा, तू जन के है संग, इस अवस्था ते पहुंच जाता है। हुण ये निज घर च जाण दी गल गुरु साहब जी समझाउंदे ने। सतगुरु कहन लगे भी सिद्धो ये मन निहचल हिरदै बसियल गुरमुख मूल पछान रहे। निहचल दा अर्थ हुंदा जिहड़ा ना चलदा होवे, टिक के अडोल हो के, भटकना तो हट के। जदों मनुख गुरु दी शरण पै के गुरु नाल डूंगी सांझ बना लेंदा है, गुरमुख गुरु अनुसारी हो जाए, गुरु दी दसी मत नूं अपना लवे, गुरु दी गल अगे अपना शीश झुका देवे। गुरमुख कौन है? जो तत्व नूं पछाणदा है, जो गुरु अनुसारी बन गया है। जदों मनुख गुरु अनुसारी हो के गुरु की मत लैके अपने मूल नूं पछाण लैंदा है, तो सतगुरु जी कहते ने भी ये मन निहचल, हिरदा का अर्थ है हिरदे विच, हिरदा हिरदे विच वसीले वस जाता है, टिकाणा बना लैंदा है। कहते ने जदों गुरु की मत लैके गुरु की शरण लैके गुरु के हुक्म विच तुर के जगत के मूल परमेश्वर नूं जदों मन पछाण लैंदा है, फिर ये अडोल होके हिरदे विच जाके टिक जाता है। हुण भटकना मस्त हाथी जब तक गुरु के हाथ में डोर ही नहीं फड़ाई, मस्त हाथी के उत्ते सवार होकर अंकस ही गुरु के हाथ में नहीं दिता, तो फिर ये काबू किवें आएगा? काबू तो एको ढंगा नाल लाउणा है। हुण सतगुरु कहण लगे सिद्धो अपनी जोर नाल अपनी ताकत नाल ये मन काबू नहीं जे आउणा, जब तक मूल की पछाण नहीं हुंदी उदों तक शौह की जानकारी भी नहीं मिलनी। जिहड़ा बचन आपां हुणे पढ़िया ना, मन तू जोत स्वरूप है, अपना मूल पछाण, मन हर जी तेरा नाल है, गुरमति रंग मान, अगे मूल पछाणे तां शह जाणे, मरण जीवन की सोझी हुई। इत्थे मूल की पछाण सी गलबात। गुर प्रसादी एको जाणे तां दूजा भाव ना होई। लो गल सारी दा तत कढ़ दिता गुरु पातशाह जी ने। गुरु अमरदास जी का यह बचन है, लेकिन गुरु घर दे गुरु कोल आइए, गुरु का रस्ता दसदा है, गुरु का सारी मत दे दिंदा है, गुरु तो मन नूं काबू करने की जाच भी सिखा दिंदा। कहते ने जिन्नी देर तक मनुख ये महसूस नहीं करता भी हर जी साडे नाल है, भी मेरे तो अंदर है, मेरे अंग संग है, गुर मेरे संग सदा है नाले, तो महसूस करेगा तो ही सिमर सिमर की गल होएगी। जेड़ा दूर होवे उहनूं तां असीं याद ही नहीं करते, जेड़ा कोल बैठा गलबात उहदे नाल ही हो सकती है। हुण साधन है, साधन की है? प्रभु की याद, प्रभु का चिंतन, गुरु की शरण पैना। ये सिद्धो ये मस्त हाथी वर्गा मन, अमोड़ मन अपनी ताकत नाल नहीं, सगों गुरु के हुक्म विच तुर के ये काबू आउंदा है। गुरमुख मूल पछाण लहे। सतगुरु जी कहने लगे भी गुरु का हुक्मी बंदा बन के गुरु के शब्द नाल सांझ पैंदी है।
ਮਨ ਪਵਿੱਤਰ ਹੁੰਦਾ ਹੈ ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪੈਂਦੀ ਹੈ। ਮਨ ਪਵਿੱਤਰ ਹੁੰਦਾ ਹੈ। ਪਵਿੱਤਰ ਮਨ ਫਿਰ ਆਪਣੇ ਮੂਲ ਵੱਲ ਵੇਖਦਾ ਹੈ। ਵਿਕਾਰਾਂ ਨਾਲ, ਗੰਦਗੀ ਨਾਲ ਭਰਿਆ ਹੋਇਆ ਮਨ ਆਪਣੇ ਮੂਲ ਵੱਲ ਨਹੀਂ ਵੇਖਦਾ। ਜਦ ਤੱਕ ਇਹ ਬਾਹਰਮੁਖੀ ਸੀ, ਆਪਣੇ ਸਰੀਰ ਦੇ ਇੰਦਰੀਆਂ ਦੇ ਮਗਰ ਲੱਗਾ ਹੋਇਆ ਸੀ, ਉਦੋਂ ਤੱਕ ਇਹਨੇ ਅੰਦਰ ਝਾਤ ਨਹੀਂ ਮਾਰੀ। ਕਹਿੰਦਾ ਸੀ ਮੇਰੇ ਵਰਗਾ ਕੌਣ ਹੈ, ਮੇਰੇ ਵਰਗਾ ਕੌਣ ਹੈ। ਅਜੇ ਤੱਕ ਕਿਸੇ ਦੀ ਵਾਹ ਵੱਲ ਨਹੀਂ ਵੇਖਣ ਦੇਈਦਾ। ਕੋਈ ਮੇਰੀ ਵਾਹ ਵੱਲ ਵੇਖ ਨਹੀਂ ਸਕਦਾ, ਕੋਈ ਦੇਖ ਕੇ ਤਾਂ ਦੇਖੇ। ਹੁਣ ਤਾਂ ਕਹਿੰਦਾ, ਉਦੋਂ ਤਾਂ ਇਹ ਕਹਿੰਦਾ ਸੀ ਹੋ ਬੰਦੂ ਹੋ ਮਾਰੂ ਛੋੜੂ, ਮੈਂ ਬੰਨ ਦਿਆਂਗਾ, ਮੈਂ ਮਾਰ ਦਿਆਂਗਾ, ਮੈਂ ਛੱਡ ਦਿਆਂਗਾ, ਮੇਰੀ ਮਰਜ਼ੀ ਹੈ। ਜਦ ਤੱਕ ਬੰਦਾ ਇਹ ਸੋਚਦਾ ਮਨ ਦੇ ਮਸਤ ਹਾਥੀ ਦੇ ਵਿੱਚ ਜਦੋਂ ਮੋੜ ਮਨ ਹੈ, ਉਹ ਇਹੋ ਹੀ ਕੁਝ ਦੱਸਦਾ ਜਦ ਤੱਕ ਬਾਹਰ ਮੁਖੀ ਰਹਿੰਦਾ। ਮੈਂ ਬੇਨਤੀ ਪਿੱਛੇ ਵੀ ਕੀਤੀ ਸੀ ਵੀ ਮਨ ਇੱਕ ਸਰੀਰ ਦੇ ਤੇ ਆਤਮਾ ਦੇ ਵਿੱਚ ਇੱਕ ਛੋਟੀ ਜਿਹੀ ਕੜੀ ਹੈ। ਜਦ ਇਹਦਾ ਝੁਕਾਅ ਸਰੀਰ ਵਾਲੇ ਪਾਸੇ ਹੋ ਜਾਂਦਾ ਹੈ, ਬਾਹਰ ਮੁਖੀ ਹੋ ਜਾਂਦਾ ਹੈ, ਉਦੋਂ ਫਿਰ ਬਾਹਰ ਦੇ ਨਜ਼ਾਰੇ ਹੀ ਦਿਖਦਾ ਹੈ। ਉਦੋਂ ਇਹਨੂੰ ਕੋਈ ਨਹੀਂ ਦੇਖਦਾ ਮੈਂ ਜੋਤ ਸਰੂਪ ਹਾਂ, ਨਹੀਂ ਹਾਂ, ਕੋਈ ਵਾਸਤਾ ਨਹੀਂ। ਪਰ ਜਦੋਂ ਗੁਰੂ ਦੀ ਹੁਕਮ ਅਨੁਸਾਰ ਬਣ ਕੇ ਕਿਤੇ ਗੁਰੂ ਦੀ ਕਿਰਪਾ ਹੋ ਗਈ, ਗੁਰੂ ਦੀ ਬਖਸ਼ਿਸ਼ ਹੋ ਗਈ, ਇਹਦਾ ਝੁਕਾਅ ਅੰਦਰਮੁਖੀ ਹੋ ਗਿਆ, ਤਾਂ ਮਨ ਦੀ ਆਪਣੀ ਹੋਂਦ ਖਤਮ ਹੋ ਗਈ। ਫਿਰ ਕੀ ਜੋਤ ਸਰੂਪ ਆਤਮਾ ਦਾ ਇੱਕ ਹਿੱਸਾ ਬਣ ਕੇ ਕੰਮ ਕਰਨ ਲੱਗ ਪਿਆ। ਤੇ ਉਸ ਆਤਮਾ ਜੋ ਜੋਤ ਸਰੂਪ ਪਰਮੇਸ਼ਰ ਦੀ ਹੈ, ਜਿਹੜੀ ਪਰਮੇਸ਼ਰ ਨੇ ਆਪ ਬਣਾਈ ਹੈ, ਉਹਦੇ 'ਚ ਕੋਈ ਗੰਦਗੀ ਨਹੀਂ, ਕੋਈ ਮੈਲ ਨਹੀਂ ਹੈ, ਕਿਉਂਕਿ ਪਰਮੇਸ਼ਰ ਦਾ ਜੋਤ ਉਹਦੇ ਵਿੱਚ ਟਿਕੀ ਹੋਈ ਹੈ। ਇਹ ਜੋਤ ਸਰੂਪ ਉਦੋਂ ਬਣਦਾ ਹੈ ਜਦੋਂ ਮਨ ਆਤਮਾ ਦੇ ਨਾਲ ਆਪਣੇ ਆਪ ਨੂੰ, ਹਉਮੈ ਨੂੰ ਮਿਟਾ ਕੇ ਉਹਦੇ ਵਿੱਚ ਭੇਦ ਹੋ ਜਾਂਦਾ, ਆਪਣੀ ਹੋਂਦ ਨੂੰ ਖਤਮ ਕਰਦਾ ਹੈ। ਜਦ ਤੱਕ ਚੰਦਰਮਾ ਦੀ ਹੋਂਦ ਚੰਦਰਮਾ ਆਪਣੀ ਹੋਂਦ ਰੱਖੇ, ਵਿੱਚ ਧਰਤੀ ਆ ਕੇ ਖੜੀ ਹੋ ਜਾਏ ਤਾਂ ਰੋਸ਼ਨੀ ਨਹੀਂ ਲੈਂਦਾ। ਕੱਲ ਵਿਚਾਰ ਕੀਤੀ ਸੀ ਆਪਾਂ, ਸੂਰਜ ਦੀ ਰੋਸ਼ਨੀ ਚੰਦਰਮਾ ਨੂੰ ਓਨੀ ਦੇਰ ਤੱਕ ਮਿਲਦੀ ਹੈ, ਉਹਦੇ ਘਰ ਵਿੱਚ ਆ ਕੇ ਸੂਰਜ ਉਦੋਂ ਟਿਕਦਾ ਹੈ ਜਦੋਂ ਵਿੱਚ ਕੋਈ ਪਰਦਾ ਨਾ ਹੋਵੇ। ਬਸ ਗਿਆਨ ਦਾ ਸੂਰਜ ਉਦੋਂ ਆ ਕੇ ਟਿਕਣਾ ਹੈ ਜਦੋਂ ਮਨ ਦਾ ਅਹੰਕਾਰ ਦਾ ਪਰਦਾ ਲੱਥੇਗਾ। ਜਦ ਤੱਕ ਮਨ ਅੰਦਰ ਹੰਕਾਰ ਦਾ ਪਰਦਾ ਬਣਿਆ ਹੋਇਆ ਹੈ, ਹਉਮੈ ਦਾ ਪਰਦਾ ਬਣਿਆ ਹੋਇਆ, ਇਹ ਸੂਰਜ ਦੀ, ਗੁਰੂ ਦੇ ਗਿਆਨ ਦੀ ਰੋਸ਼ਨੀ ਇਸ ਅੰਦਰ ਪਾਸੇ ਨਹੀਂ ਟਿਕ ਸਕਦੀ। ਇਹੋ ਗੱਲ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਵੀ ਜਦੋਂ ਮਨ ਪਵਿੱਤਰ ਹੋ ਜਾਂਦਾ ਹੈ ਤੇ ਅੰਤਰਮੁਖੀ ਹੋ ਕੇ ਆਪਣੀ ਸਿਫਤ ਸਲਾਹ, ਉਸ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜਦਾ ਹੈ। ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਆਪਣੇ ਆਪ ਦੀ ਪਛਾਣ ਕਰਦਾ ਹੈ। ਫਿਰ ਸਮਝ ਆ ਗਈ ਕਿ ਮੇਰਾ ਮੂਲ ਇਹ ਦੁਨੀਆ ਨਹੀਂ, ਮੇਰਾ ਮੂਲ ਦੁਨੀਆ ਨਹੀਂ, ਸਗੋਂ ਦੁਨੀਆ ਨੂੰ ਬਣਾਉਣ ਵਾਲਾ ਨਿਰੰਕਾਰ ਹੈ। ਪਹਿਲਾਂ ਤਾਂ ਦੁਨੀਆ ਨੂੰ ਵੀ ਆਪਣਾ ਸਭ ਕੁਝ ਸਮਝਦਾ ਸੀ। ਫਿਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਗੁਰੂ ਦੀ ਸ਼ਰਨ ਪੈ ਕੇ ਮੂਲ ਦੀ ਪਛਾਣ ਜਦੋਂ ਹੁੰਦੀ ਹੈ, ਫਿਰ ਦੁਨੀਆ ਨੂੰ ਨਹੀਂ ਸਮਝਦਾ, ਦੁਨੀਆ ਨੂੰ ਬਣਾਉਣ ਵਾਲੇ ਨਿਰੰਕਾਰ ਨੂੰ ਸਮਝਦਾ ਹੈ। ਇਹ ਤਾਂ ਡੋਰ ਹੋ ਕੇ ਆਪਣੇ ਜਾ ਕੇ ਮੂਲ ਵਿੱਚ ਜਾ ਕੇ ਟਿਕ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ ਬੜਹੰਸ ਰਾਗ ਵਿੱਚ, ਕਹਿੰਦੇ ਸ਼ਬਦ ਚੀਨ ਮਨ ਨਿਰਮਲ ਹੋਵੇ। ਲੋ ਸ਼ਬਦ ਦੀ ਪਛਾਣ ਹੋ ਗਈ, ਗੁਰੂ ਦੀ ਸ਼ਰਨ ਪਿਆ, ਗੁਰੂ ਨੇ ਗਿਆਨ ਦਾ ਸ਼ਬਦ ਦਿੱਤਾ, ਤਾਂ ਇਹ ਹੋ ਗਈ ਪਛਾਣ, ਨਿਰਮਲ ਹੋ ਗਿਆ। ਤਾਂ ਫਿਰ ਹੋਇਆ ਕੀ, ਤਾਂ ਹਰ ਕੇ ਗੁਣ ਗਾ, ਫਿਰ ਜੁੜਿਆ ਉਹਦੇ ਵਿੱਚ। ਜਦੋਂ ਪਛਾਣ ਹੋ ਗਈ ਤੇ ਫਿਰ ਕਹਿੰਦੇ ਗੁਰੂ ਦੀ ਮੱਤ ਲੈ ਕੇ ਗੁਰਮਤੀ ਆਪੇ ਆਪ ਪਛਾਣੈ। ਗੁਰੂ ਦੀ ਮੱਤ ਲੈ ਕੇ ਆਪਣੇ ਆਪ ਦੀ ਪਛਾਣ ਕਰਨ ਲੱਗ ਪਿਆ ਵੀ ਮੈਂ ਕੀ ਆ, ਮੇਰੀ ਹੋਂਦ ਕੀ ਹੈ, ਇਹ ਸਮਝ ਆ ਗਈ। ਤੇ ਕਹਿੰਦੇ ਜਦੋਂ ਇਹ ਪਛਾਣ ਹੋ ਗਈ ਫਿਰ ਨਿਜ ਘਰ, ਤਾਂ ਨਿਜ ਘਰ ਵਾਸਾ ਪਾਵਿਆ। ਤੇ ਜਾ ਕੇ ਨਿਜ ਘਰ ਵਿੱਚ ਤਾਂ ਟਿਕਦਾ, ਉਨੀ ਦੇਰ ਨਹੀਂ ਟਿਕਦਾ ਜਦ ਤੱਕ ਇਹ ਆਪਣੀ ਪਛਾਣ ਦੀ, ਮੂਲ ਦੀ ਪਛਾਣ ਨਹੀਂ ਕਰਦਾ। ਜਦ ਤੱਕ ਮੂਲ ਦੀ ਪਛਾਣ ਹੋਏ ਨਾ ਹੋਵੇ ਉਦੋਂ ਤੱਕ ਤਾਂ ਇਹ ਟਿਕ ਨਹੀਂ ਸਕਦਾ। ਇਹ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਦੱਸੀ ਹੈ, ਇਹ ਵੀ ਬੜੀ ਕਮਾਲ ਦੀ ਗੱਲ ਹੈ। ਕਹਿਣ ਲੱਗੇ ਸਿੱਧੋ ਜੋਗੀਓ, ਖਿਆਲ ਕਰਿਓ ਮੂਲ ਕੇਵਲ ਇੱਕ ਹੁੰਦਾ ਜੇ, ਕਿਤੇ ਭੁਲੇਖਾ ਨਾ ਖਾ ਦਿਓ। ਮੂਲ ਸਿਰਫ ਇੱਕ ਹੁੰਦਾ, ਇੱਕ। ਉਹ 12 ਪੰਥ ਤੁਹਾਡੇ 12 ਵਰਗੇ ਸਿਸਟਮ ਨਹੀਂ ਹੈ, ਇੱਕ ਹੁੰਦਾ ਮੂਲ। ਦਰਖਤ ਵੇਖਦੇ ਆਪਾਂ, ਦਰਖਤ ਬਨਸਪਤੀ ਬਾਹਰ ਇੱਕ ਦਰਖਤ ਹੈ, ਉਹਦਾ ਤਣਾ ਹੈ, ਤਣੇ ਨਾਲ ਟਾਹਣੀਆਂ ਨੇ, ਟਾਹਣੀਆਂ ਨਾਲ ਪੱਤੇ ਨੇ, ਪੱਤਿਆਂ ਨੂੰ ਫਲ ਲੱਗਦੇ ਆ, ਫੁੱਲ ਲੱਗਦੇ ਆ। ਪੱਤਿਆਂ ਦੀ ਗਿਣਤੀ ਕੋਈ ਨਹੀਂ, ਫਲਾਂ ਦੀ ਗਿਣਤੀ ਕੋਈ ਨਹੀਂ, ਫੁੱਲਾਂ ਦੀ ਗਿਣਤੀ ਕੋਈ ਨਹੀਂ। ਫਿਰ ਹਰ ਸਾਲ ਨਵੇਂ ਲੱਗਦੇ, ਹਰ ਸਾਲ ਝੜ ਜਾਂਦੇ, ਹਰ ਸਾਲ ਨਵੇਂ ਆਉਂਦੇ ਨੇ, ਪੱਤੇ ਝੜ ਜਾਂਦੇ ਨੇ। ਕਦੀ ਦੇਖੋ ਤਾਂ
ਦਰਖਤ ਵੱਲ ਦੇਖੋ ਜਰਾ। ਇੱਕ ਦਰਖਤ ਦੀ ਉਦਾਹਰਨ ਆਪਾਂ ਲੈ ਲਈਏ, ਪਰ ਮੂਲ ਉਹਦਾ ਇੱਕੋ ਹੀ ਰਹਿੰਦਾ ਹੈ। ਮੂਲ ਕੀ ਹੈ? ਜੜ। ਜੜ ਤਾਂ ਕਦੀ ਨਹੀਂ ਬਦਲਦੀ, ਜੜ ਉਹੀ ਰਹਿਣੀ ਹੈ। ਪੱਤੇ ਬਦਲੀ ਜਾਣਗੇ, ਆਈ ਜਾਣਗੇ, ਮੂਲ ਇੱਕੋ ਹੀ ਹੈ। ਸੰਸਾਰ ਤੁਰਦਾ ਰਹੇਗਾ, ਜਾਂਦਾ ਰਹੇਗਾ, ਆਉਂਦਾ ਰਹੇਗਾ, ਲੇਕਿਨ ਮੂਲ ਇੱਕੋ ਹੀ ਹੈ। ਉਹ ਕੌਣ? ਇੱਕ ਪਰਮੇਸ਼ਰ, ਇੱਕ ਓੰਕਾਰ ਹੈ। ਮੂਲ ਦੂਜਾ ਨਹੀਂ ਹੈ। ਦਰਖਤ ਉਨੀ ਦੇਰ ਕਾਇਮ ਰਹਿੰਦਾ ਹੈ ਜਦ ਤੱਕ ਉਹਦਾ ਮੂਲ ਕਾਇਮ ਹੈ। ਜਦ ਤੱਕ ਉਹਦਾ ਮੂਲ ਕਾਇਮ ਹੈ। ਮੂਲ ਵਿੱਚੋਂ ਹੀ ਉਹ ਜਨਮ ਲੈਂਦਾ। ਦਰਖਤ ਦੀ ਪੈਦਾਇਸ਼ ਕਿੱਥੇ ਹੈ? ਮੂਲ ਵਿੱਚੋਂ, ਜੜ ਵਿੱਚੋਂ। ਮੂਲ ਵਿੱਚੋਂ ਹੀ ਸਭ ਕੁਝ ਜਨਮ ਲੈਂਦਾ ਹੈ। ਪਰ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਮੂਲ ਨਾਲ ਨਹੀਂ, ਸਗੋਂ ਉੱਪਰਲੇ ਹਿੱਸੇ ਨਾਲ ਜੁੜ ਗਏ। ਮਨ ਉੱਪਰਲੇ ਹਿੱਸੇ ਨਾਲ ਜਾ ਜੁੜਿਆ। ਮਨ ਉੱਪਰਲੇ ਹਿੱਸੇ ਨਾਲ ਜਾ ਜੁੜਿਆ। ਦਰਖਤਾਂ ਦੇ ਪੱਤਿਆਂ ਦਾ ਸਵਾਦ ਦੇਖਦਾ, ਕੁਦਰਤ ਦੇ ਨਜ਼ਾਰੇ ਲੈਂਦਾ, ਫਲ ਖਾ ਕੇ ਸਵਾਦ ਲੈ ਲੈਂਦਾ। ਇਹ ਮਨ ਫਲ ਖਾਂਦਾ, ਸਵਾਦ ਬੜਾ ਮਿੱਠਾ, ਵੀ ਅੰਬ ਕਿਆ ਕਮਾਲ ਦਾ ਸੀ, ਬੜਾ ਸਵਾਦ ਲਿਆ, ਬੜਾ ਚਸਕਾ ਸੀ, ਬੜਾ ਸਵਾਦ ਆਇਆ। ਪਰ ਇਹਦਾ ਮੂਲ ਕੀ ਸੀ ਅੰਬ ਦਾ? ਜਿਹੜਾ ਇੰਨਾ ਉਹਦਾ ਫਲ ਮਿੱਠਾ ਹੈ, ਉਹਦਾ ਮੂਲ ਕਿੰਨਾ ਮਿੱਠਾ ਹੋਏਗਾ? ਬਾਬਾ ਫਰੀਦ ਜੀ ਨੇ ਸਵਾਦ ਦੇਖਿਆ, ਕਹਿੰਦੇ ਨੇ, ਆਹ ਦੱਸਾਂ ਤੈਨੂੰ ਉਹਦਾ ਸਵਾਦ ਕਿਹੋ ਜਿਹਾ ਹੈ। ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ ਦੁੱਧ, ਸਭੇ ਵਸਤੂ ਬਿਠੀਆਂ, ਰੱਬ ਨਾ ਪੁੱਜਣ ਤੁਧ। ਕਹਿੰਦੇ ਮੈਂ ਤਾਂ ਦੇਖਿਆ ਉਹਦਾ ਸਵਾਦ ਕਿੰਨੀ ਮਿੱਠੀ ਹੁੰਦੀ ਹੈ। ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ, ਦੁੱਧ, ਸਭ ਮਿੱਠੀਆਂ ਨੇ। ਕਹਿੰਦੇ ਸਾਰਿਆਂ ਨੂੰ ਇਕੱਠਾ ਕਰ ਦਿਓ ਔਰ ਕਿੰਨੀ ਮਿਠਾਸ ਹੋ ਜਾਏਗੀ, ਕਿੰਨੀ ਮਿਠਾਸ ਬਣ ਜਾਏਗੀ। ਪਰ ਇੱਕ ਤਾਂ ਛੱਡੋ, ਸਾਰਿਆਂ ਦੀ ਮਿਲਵੀਂ ਮਿਠਾਸ ਵੀ ਰੱਬ ਦੇ ਨਾਮ ਦੀ ਮਿਠਾਸ ਦੇ ਬਰਾਬਰ ਨਹੀਂ ਜੇ ਪਹੁੰਚਦੀ। ਉਹ ਤਾਂ ਅੰਬ ਨਾਲੋਂ ਕਈ ਗੁਣਾ ਮਿੱਠਾ ਹੈ। ਤੁਸੀਂ ਅੱਜ ਸਵਾਦ ਲੈ ਕੇ ਕਹਿੰਦੇ ਆ, ਅਸੀਂ ਤਾਂ ਉੱਪਰਲੇ ਹਿੱਸੇ ਨਾਲ ਜੁੜ ਗਏ, ਮੂਲ ਨਾਲ ਨਾ ਜੁੜੇ। ਮਨ ਦਾ ਸੁਭਾਅ ਨਹੀਂ ਹੈ ਮੂਲ ਨਾਲ ਜੁੜਨਾ। ਬਾਹਰਲਾ ਹਿੱਸਾ ਸੋਹਣਾ ਲੱਗਦਾ, ਮਨਮੋਹਣਾ ਲੱਗਦਾ, ਮਨ ਨੂੰ ਮੋਹ ਲੈਣ ਵਾਲਾ। ਸੰਸਾਰ ਚੰਗਾ ਲੱਗਦਾ, ਬਾਹਰ ਮੁਖੀ ਹੈ, ਇਹਦੇ ਹਰ ਚੀਜ਼ ਮੋਹ ਲੈਣ ਵਾਲੀ ਹੈ, ਇਹਦੀ ਸਾਰੀ ਕੁਝ ਸਾਨੂੰ ਮੋਹ ਲੈਣ ਵਾਲਾ ਹੈ। ਮੂਲ ਨੂੰ ਕਦੀ ਫਲ ਨਹੀਂ, ਮੂਲ ਨੂੰ ਕੋਈ ਫਲ ਤਾਂ ਨਹੀਂ ਲੱਗਦਾ। ਅਸੀਂ ਕਹਿੰਦੇ ਲੈਣਾ ਕੀ ਮੂਲ ਕੋਲੋਂ, ਉਹਨੂੰ ਕਿਹੜਾ ਫਲ ਲੱਗਣਾ? ਸਵਾਦ ਤਾਂ ਸਾਰਾ ਇਹਦੇ ਵਿੱਚ ਹੈ। ਸਾਡੀ ਸੋਚ ਛੋਟੀ ਹੈ। ਬਾਹਰ ਮੁਖੀ ਦੁਨੀਆ ਦੇ ਪਦਾਰਥਾਂ ਦੇ ਨਾਲ ਜੁੜੇ ਆ, ਭਟਕਣਾ ਕਿੱਥੋਂ ਮੁੱਕੇਗੀ? ਭਟਕਣਾ ਕਿੱਥੋਂ ਖਤਮ ਹੋਵੇ ਮਨ ਦੀ? ਮਨ ਕਿਵੇਂ ਟਿਕੇਗਾ? ਇਹ ਬਿਨਾਂ ਮੂਲ ਤੋਂ ਇਹ ਮਨ ਨਹੀਂ ਜੇ ਟਿਕ ਸਕਦਾ। ਬਿਨਾਂ ਮੂਲ ਤੋਂ ਮਨ ਨਹੀਂ ਜੇ ਟਿਕ ਸਕਦਾ। ਹਾਂ, ਗੁਰੂ ਸਤਿਗੁਰੂ ਪਾਤਸ਼ਾਹ ਗੱਲ ਕਹਿੰਦੇ ਆ, ਇੱਕ ਮੂਲ ਲੱਗੇ ਉਨੀ ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ, ਅੰਮ੍ਰਿਤ ਫਲ ਤਿਨ ਜਨ ਕੋ ਲਾਗੇ, ਜੋ ਬੋਲੇ ਅੰਮ੍ਰਿਤ ਬਾਤਾਂ ਹੈ। ਇਹ ਹੈ ਮੂਲ ਪਛਾਣਨ ਦੀ ਕਹਾਣੀ। ਇਹ ਢੰਗ ਹੈ ਮੂਲ ਪਛਾਣਨ ਦਾ, ਇਹ ਸਿਸਟਮ ਹੈ ਮੂਲ ਪਛਾਣਨ ਦਾ। ਅੰਮ੍ਰਿਤ ਫਲ ਤਾਂ ਉਹਨੂੰ ਹੀ ਲੱਗਦਾ ਹੈ। ਤੇ ਦੂਜੇ ਪਾਸੇ ਨਾਲ ਹੀ ਸਤਿਗੁਰੂ ਕਹਿੰਦੇ ਨੇ, ਜਿਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲੱਗੇ ਕਿਆ ਪਾਵੇਂ ਛਾਈ। ਕੀ ਮਿਲੇਗਾ ਉਹਨਾਂ ਨੂੰ? ਬਿਨ ਨਾਵੇਂ ਕਿਉਂ ਛੁੱਟੀ ਹੈ? ਜੇ ਜਾਣੇ ਕੋਈ ਗੁਰਮੁਖ ਹੋਏ ਤਾਂ ਛੁੱਟੀਏ, ਮਨਮੁਖ ਪਤ ਖੋਈ। ਮਨਮੁਖ ਦੀ ਤਾਂ ਪਤ ਹੀ ਨਹੀਂ ਹੈ, ਮੂਲ ਨਹੀਂ ਪਛਾਣਿਆ। ਤਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਸਿੱਧੋ, ਜੇ ਗੁਰੂ ਅਨੁਸਾਰੀ ਬਣ ਜਾਈਏ, ਮੂਲ ਦੀ ਪਛਾਣ ਹੋ ਜਾਏ। ਤੇ ਮੂਲ ਦੀ ਪਛਾਣ ਹੁੰਦੀ ਗੁਰੂ ਦਾ ਹੁਕਮੀ ਬੰਦਾ ਬਣ ਕੇ। ਫਿਰ ਕੀ ਹੋਏਗਾ? ਨਾਭ ਪਵਨ ਘਰ ਆਸਨ ਬੈਸੈ, ਗੁਰਮੁਖ ਖੋਜਤ ਤਤ ਲਹੈ। ਨਾਭ, ਨਾਭੀ। ਹੁਣ ਨਾਭ ਪਵਨ ਘਰ, ਹੁਣ ਆਪਾਂ ਕਰਾਂਗੇ ਨਾਭ ਘਰ। ਪਵਨ ਸਵਾਸ, ਹੁਣ ਸਵਾਸ ਕਹਿੰਦੇ ਨੇ ਤੁਸੀਂ ਘੋਲ ਕਰਦੇ ਹੋ ਪ੍ਰਾਣਾਯਾਮ, ਤੇ ਤਤ ਕਿੱਥੋਂ ਮਿਲਣਾ ਸੀ? ਤਤ ਤਾਂ ਮਿਲਣਾ ਹੀ ਨਹੀਂ ਸੀ ਤੁਹਾਨੂੰ। ਤਤ ਕੀ ਸੀ? ਟਿਕਾਓ, ਸਹਿਜ,
रस आनंद आत्मक खेड़ा तत्त है ना। सारी दुनिया तत्त दे मगर गल्लां तां करदी है पर तत्त दी पछाण नहीं हुई। कहते देखो नाभ पवन घर आसन बैसै ते सिद्धो प्राण श्वास जिहड़े ने पवन दा अर्थ है प्राण श्वास नाभि रूपी घर विच आसन ते जाके बैठ जाता है। भाव श्वासां दी आरंभता धुनी भाव नाभि दे कोल हुंदी है, इत्थों आरंभता हुंदी है। कहंदे तां घर किहड़ा जित्थों दी आरंभता हुंदी है, मूल है इहदा। हुण श्वास जिहड़े घुमाउण दी गल इदां नहीं हुंदी भी ओह इड़ा ते पिंगला ते सुखमना कर करके तुसीं उत्ते चाड़ दिओ, ओहदा टिकाणा तां उत्थे है नाभ दे, उत्थे टिकणे चाहीदे है। उत्थे किवें है? ओह है सहज, ओह है आनंद, ओह है खेड़ा। दुनिया अज इहो काम करदी करदी तत्त नूं लभदी लभदी परेशान हो गई। गुरु अमरदास जी भी ने गल कहती, किहड़ी सिमरत शास्त्र पुन पाप विचार दे तत्तै सार ना जानी, तत्ते सार ना जानी गुरु बाजों तत्तै सार ना जानी। गुरु तो बिना तो तत्त दी पछाण ही नहीं सी होनी। गुरु तो बिना, गुरु दे मार्ग ते चलण तो बिना तो तत्त मिलना ही नहीं सी। कहते हैं तेही गुणी संसार परम सुता सुत्या रहन विहानी। जिस दिन दी रात इदां ही बीत गई, तिन्ना गुणा विच रजोगुण तमोगुण सतोगुण तिन्ना गुणा च रह गई। इंसान की जिंदगी की रात बीत रही है, तत्त नहीं पछाणिया। सिद्धो तत्त क्यों नहीं पछाणिया? दूई तां लगे रहे नाड़ा घुमाउण नूं। हे सिद्धो प्राणा नूं घुमाउण नाल जां वख-वख थां ते टिकाउण नाल मन काबू नहीं आउणा, ना काबू आउंदा है। इन्हां नूं अपने नाभि रूपी घर विच टिके रहण दिओ। जिथों साह लैण लग्गिया प्राण हवा विच अपड़दे हन। जदों ये प्राण पवन प्राण श्वास अंदर सहज दे घर विच बैठणगे तो हर श्वास विच उहदी याद हो जाएगी। फिर कहते श्वास श्वास सिमरन। जदों सहज टिक गया, जिथों श्वास शुरू होने ने उन्हां श्वासां च आपे उहदी याद आ गई। जदों मन आके सहज दे घर भी टिक गया, फिर कहते श्वास श्वास। फिर कहते गुरमुख रोम रोम हर ध्यावे। उहनूं ही गल कहंदे ने गुरमुख रोम रोम हर ध्यावे। कहते सिद्धो गल तां बन्नी उदों। फिर वाहिगुरु का शब्द जो मंत्र गुरु ने देना है, वो मंत्र साडी याद का हिस्सा बन जाएगा। फिर अजिहे भाग जागते हैं, अजिहे भाग जागते हैं कि जगत के मालक प्रभु दे नाल साडा मिलाप हो जाता है। जिहड़ा एक शब्द आउंदा ना भगत कबीर जी का, तन रैणी मन पुनरप करहूं पांचों तत्त बराती राम राय स्यों भवर लैहूं आत्म ए ते रंग माती गाओ गाओ री दुल्हनी मंगल चारा मेरे ग्रह आए राजा राम पधारा नाव कवल में बेदी गड ले ब्रह्म ज्ञान उच्चारा राम राय सो दुल्लो पायो असवड भाग हमारा। तो यह गल थोड़ी जी समझ लीए नाव कवल की, क्योंकि जिक्र आ गया। बेदी की है? हिंदू मत अनुसार ये की करते ने, चार डंडे गढ़ के चोर स्थान के उत्ते डंडे गड्ढे जाते, उन्होंने नुकरां दे उत्ते दो टोकरे जे रख दिते जाते हैं। एक पासे लाड़े नूं बिठा दिता जाता, एक पासे लाड़ी नूं बिठा दिता जाता, मुंडे कुड़ी नूं बिठाउंदे ने। हुण नाभ कमल की है? धुनी रूपी कमल फुल, जिहदी विचार आपां कर चुकते हैं। कहते मैं बेदी गड्डी उत्थे, हुण मेरा मिलाप होना अपने उस खसम नाल। तुहाडी बेदी हैगी है बाहर दी, जिहड़ी अग दियां तो एक हिसाब किताब करना, पर मेरी बेदी हैगी है जिहड़ी धुनी नाभ कमल, जिथे सहज विच श्वासां नूं टिक गए। ते मैनूं मिलिया कि कहंदे राम राय सो, उहदे वर्गा दूल्हा मिल गया। मेरा खसम राम राय बन गया, परमेश्वर बन गया। भवर मैं फेरे उहदे नाल लै ले, भवर राम राय सो भवर ले हो। कहते मेरे फेरे हुण राम राय ना हो गए, मेरी भी बरात चलती है।
ਲੋਕਾਂ ਦੀਆਂ ਬਰਾਤਾਂ ਜਾਂਦੀਆਂ ਨੇ ਪਰ ਮੇਰੀ ਬਰਾਤ ਇਹ ਹੈ। ਤੇ ਫਿਰ ਕਹਿੰਦੇ ਬਰਾਤੀਓ ਕੀ ਕਰੋ, ਗਾਓ ਗਾਓ ਰੀ ਦੁਲਿਨ ਮੰਗਲ ਚਾਰਾ, ਖੁਸ਼ੀ ਦੇ ਗੀਤ ਗਾਓ ਕਿਉਂਕਿ ਹੁਣ ਮੇਰਾ ਖਸਮ ਮੇਰਾ ਮਾਲਕ ਮੇਰੇ ਹਿਰਦੇ ਦੇ ਘਰ ਚ ਆ ਕੇ ਬਸ ਗਿਆ। ਕਿਹੜੇ ਬਰਾਤੀ, ਕਿਹੜੇ ਬਰਾਤੀ? ਸਰੀਰ ਦੇ ਇੰਦਰੇ। ਕਹਿੰਦੇ ਉਹ ਸਰੀਰ ਦੇ ਅੰਦਰ ਉਹ ਖੁਸ਼ੀ ਦੇ ਗੀਤ ਗਾਓ, ਮੰਗਲ ਚਾਰਾ ਹੋ ਗਿਆ, ਮੈਨੂੰ ਖਸਮ ਮਿਲ ਪਿਆ, ਮੇਰੇ ਵੱਡੇ ਭਾਗ ਜਾਗ ਪਏ ਹਨ, ਮੇਰੇ ਤਾਂ ਵੱਡੇ ਭਾਗ ਜਾਗ ਪਏ ਹਨ। ਮੈਂ ਬੇਦੀ ਗੱਡੀ ਸੀ ਨਾਭ ਕਮਲ ਦੇ ਵਿੱਚ। ਇਹੋ ਹੀ ਗੱਲ ਇੱਥੇ ਕਹਿੰਦੇ ਨੇ, ਨਾਭ ਕਰ ਆਸਨ ਬੈਸੇ ਗੁਰਮੁਖ ਖੋਜਤ ਤਤਲ ਹੈ। ਕਹਿੰਦੇ ਨੇ ਇਹ ਸਿੱਧੋ ਜਦੋਂ ਸਵਾਸ ਆਪਣੇ ਘਰ ਦੇ ਆਸਨ ਤੇ ਬੈਠ ਜਾਂਦੇ ਨੇ ਤੇ ਗੁਰੂ ਦੀ ਰਾਹੀਂ ਖੋਜ ਕਰਕੇ ਮਨੁੱਖ ਅਸਲੀਅਤ ਨੂੰ ਲੱਭ ਲੈਂਦਾ ਹੈ। ਅਸਲੀਅਤ ਕੀ ਹੈ? ਆਨੰਦ, ਖੇੜਾ। ਇਹ ਪਾਪ ਪੁੰਨ ਦੇ ਵਿਚਾਰ ਵਿੱਚੋਂ ਨਹੀਂ ਮਿਲਣਾ, ਇਹ ਤੱਤ ਵਿੱਚੋਂ ਹੈ। ਤੱਤ ਕੀ ਹੈ? ਸਤਿਗੁਰੂ ਕਹਿੰਦੇ ਨੇ ਉਸ ਦਾ ਆਨੰਦ, ਖੇੜਾ, ਖੁਸ਼ੀ, ਜੋ ਗੁਰੂ ਸਾਹਿਬ ਜੀ ਨੇ ਆਨੰਦ ਲਿਖਿਆ। ਅੱਗੇ ਸੋ ਸਭ ਸ਼ਬਦ ਨਿਰੰਤਰ ਨਿਜ ਘਰ ਆਛੈ। ਆਛੇ ਦਾ ਅਰਥ ਹੁੰਦਾ ਹੈ, ਨਿਜ ਘਰ ਹੁੰਦਾ ਆਪਣੇ ਮੂਲ ਘਰ ਵਿੱਚ, ਨਿਰੰਤਰ ਦਾ ਅਰਥ ਹੈ ਲਗਾਤਾਰ। ਸੋ ਸ਼ਬਦ ਨਿਰੰਤਰ ਇੱਕ ਰਸ, ਤ੍ਰੈ ਭਵਨ ਜੋਤ ਸੋ ਸ਼ਬਦ ਲਹੈ। ਲੋ ਕਮਾਲ ਦੀ ਗੱਲ ਗੁਰੂ ਪਾਤਸ਼ਾਹ ਕਹਿੰਦੇ, ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਰਾਹੀਂ ਖੋਜ ਕਰਕੇ ਮਨੁੱਖ ਨੂੰ ਅਸਲੀਅਤ ਲੱਭਦੀ ਹੈ। ਉਹ ਸ਼ਬਦ ਜੋ ਸੰਸਾਰ ਭਵਜਲ ਤੋਂ ਪਾਰ ਕਰਨ ਵਾਲਾ ਹੈ, ਇੱਕ ਰਸ ਆਪਣੇ ਅਸਲ ਘਰ ਦੀ ਅਸਲੀਅਤ ਨੂੰ ਲੱਭ ਲੈਂਦਾ ਹੈ। ਇੱਕ ਅਸਲੀ ਘਰ ਲੱਭ ਪਿਆ, ਜਦੋਂ ਟਿਕਾਣਾ ਮਿਲ ਗਿਆ ਗੱਲ ਬਣ ਗਈ। ਕਹਿੰਦੇ ਫਿਰ ਉਹ ਸ਼ਬਦ ਦੀ ਰਾਹੀਂ ਹੀ ਸਾਰੀ ਜਗ੍ਹਾ ਤੇ ਵਿਆਪਕ ਤ੍ਰੈ ਲੋਕ ਤੇ ਤਿੰਨਾਂ ਭਵਨਾਂ ਵਿੱਚ, ਤ੍ਰੈ ਭਵਨ ਦਾ ਅਰਥ ਤਰਲੋਕੀ ਵਿੱਚ, ਆਕਾਸ਼ ਲੋਕ, ਮਾਤ ਲੋਕ, ਪਤਾਲ ਭਾਵ ਹਰ ਜਗ੍ਹਾ ਉਹਨੂੰ ਪ੍ਰਭੂ ਦੀ ਜੋਤ ਹੀ ਨਜ਼ਰ ਆਉਂਦੀ ਹੈ। ਉਹ ਤਾਂ ਸਭ ਮੈਂ ਜੋਤ ਜੋਤ ਹੈ ਸੋਏ ਦੀ ਕਹਾਣੀਆਂ ਗਾਉਂਦਾ ਹੈ, ਗੀਤ ਗਾਉਂਦਾ। ਫਿਰ ਤਾਂ ਸਤਿਗੁਰੂ ਕਹਿਣ ਲੱਗੇ ਸਿੱਧੋ ਜੋਗੀਓ, ਪ੍ਰਭੂ ਦਾ ਮਿਲਾਪ ਪਵਨਾਂ ਦੀ ਕਿਰਿਆ ਜਾਂ ਪ੍ਰਾਣਾਯਾਮ ਦੀ ਕਿਰਿਆ ਨਾਲ ਨਹੀਂ ਹੈ, ਸਗੋਂ ਸ਼ਬਦ ਨਾਲ ਹੁੰਦਾ। ਜੇ ਨਿਜ ਘਰ ਵਿੱਚ ਵਾਸਾ ਸ਼ਬਦ ਨਹੀਂ ਹੋਣਾ। ਜਿਸ ਦਿਨ ਸ਼ਬਦ ਦਾ ਵਾਸਾ ਹੋ ਗਿਆ ਉਸ ਦਿਨ ਤਤ ਨਾਲ ਪਛਾਣ ਬਣ ਜਾਏਗੀ, ਤੇ ਜਿਸ ਦਿਨ ਤਤ ਨਾਲ ਪਛਾਣ ਬਣ ਗਈ ਉਸ ਦਿਨ ਸੋਚ ਵਿਸ਼ਾਲ ਹੋ ਜਾਏਗੀ, ਹਿਰਦਾ ਵਿਸ਼ਾਲ ਹੋ ਜਾਏਗਾ। ਸਾਰੀ ਲੁਕਾਈ ਵਿੱਚ ਵਸਦੇ ਪਰਮਾਤਮਾ ਨੂੰ ਲੱਭ ਲਈਦਾ ਹੈ, ਦੇਖ ਲਈਦਾ ਹੈ ਜਦੋਂ ਸੋਚ ਦਾ ਦਾਇਰਾ ਵਿਸ਼ਾਲ ਹੋ ਗਿਆ। ਸਭਨਾਂ ਵਿੱਚ ਕਰਤਾਰ ਵਸਦਾ ਹੀ ਦਿਸਦਾ ਹੈ। ਤ੍ਰੈ ਭਵਨ ਜੋਤ ਸੋ ਸ਼ਬਦ ਲਹੈ, ਹਰ ਪਾਸੇ ਉਹੀ ਵਸਦਾ ਦਿਸਦਾ ਹੈ। ਚੰਗੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ ਆ ਜਾਂਦੀ ਹੈ, ਵਿਵੇਕ ਬੁੱਧ ਮਿਲ ਜਾਂਦੀ ਹੈ, ਤਾਂ ਹੀ ਤਾਂ ਹਰ ਪਾਸੇ ਮਾਲਕ ਦਿਸਦਾ ਹੈ। ਚੰਗੇ ਮੰਦੇ ਦੀ ਪਰਖ ਵਾਲੀ ਬੁੱਧੀ ਆ ਗਈ। ਹੰਕਾਰ ਛੱਡ ਕੇ ਫਿਰ ਸਗਲ ਰੇਣ ਮਨੁੱਖ ਬਣ ਜਾਂਦਾ ਹੈ, ਸਾਰਿਆਂ ਦੀ ਰੇਣ ਬਣ ਜਾਂਦਾ ਹੈ। ਫਿਰ ਹੰਕਾਰ ਦੀਆਂ ਟੀਸੀਆਂ ਤੇ ਚੜ ਕੇ ਤਾਂ ਨਹੀਂ ਸੀ ਮਿਲਣਾ। ਕਹਿੰਦੇ ਨੇ ਫਿਰ ਕਰਦਾ ਕੀ ਹੈ? ਸਭ ਮੈਂ ਜਾਣੋ ਕਰਤਾ ਏਕ, ਇੱਕੋ ਹੀ ਕਰਤਾ ਹੈ ਸਾਰਿਆਂ ਦੇ ਵਿੱਚ। ਸਾਧ ਸੰਗਤ ਮਿਲ ਬੁੱਧ ਵਿਵੇਕ, ਬੁੱਧ ਵਿਵੇਕ ਬੁੱਧੀ ਗੁਰੂ ਦੀ ਬਖਸ਼ੀ ਹੋਈ ਸੰਗਤ ਵਿੱਚ ਬੈਠ ਕੇ। ਦਾਸ ਸਗਲ ਕਾ ਛੋੜ ਅਭਿਮਾਨ, ਹੁਣ ਦਾਸ ਬਣਦਾ। ਕਹਿੰਦਾ ਤਾਂ ਨਹੀਂ ਦਾਸ ਬਣਨਾ ਜੀ ਅਸੀਂ ਤੁਹਾਡੇ ਦਾਸ ਹਾਂ। ਹੰਕਾਰ ਦੀਆਂ ਤੀਸੀਆਂ ਤੇ ਚੜਿਆ ਬੰਦਾ ਕਹਿੰਦਾ ਅਸੀਂ ਤਾਂ ਤੁਹਾਡੇ ਦਾਸ ਹਾਂ। ਤੁਹਾਡੇ ਕਿਉਂ ਦਾਸ ਹੈ? ਕਦੀ ਗੁਰੂ ਦਾ ਦਾਸ ਬਣ ਕੇ ਦੇਖ। ਜੇ ਗੁਰੂ ਦਾ ਦਾਸ ਬਣਨਾ ਤਾਂ ਉੱਥੇ ਸੀਸ ਭੇਟ ਕਰਨਾ ਪੈਣਾ, ਗੁਰੂ ਦਾ ਦਾਸ ਬਣਨਾ ਪੈਣਾ, ਪੰਜਾਂ ਵਾਂਗੂ ਆਪਣੀ ਸੋਚ ਦੇ ਤਾਲਾ ਲਾਉਣਾ ਪੈਣਾ। ਗੁਰੂ ਦਾ ਦਾਸ ਬਣਿਆ ਸੀ ਭਾਈ ਦਇਆ ਰਾਮ, ਜਦੋਂ ਦਇਆ ਰਾਮ ਤੋਂ ਫਿਰ ਦਇਆ ਸਿੰਘ ਬਣ ਗਿਆ। ਜਿਹੜੇ ਗੁਰੂ ਦੇ ਦਾਸ ਬਣੇ ਉਹਨੇ ਗੁਰੂ ਨੇ ਆਪਣੇ ਪਿਆਰੇ ਬਣਾ ਲਏ, ਗੁਰੂ ਦੇ ਪਿਆਰੇ ਬਣ ਗਏ ਨਾ ਦਾਸ ਬਣ ਕੇ। ਦਾਸ ਅਸੀਂ ਕਹਿੰਦੇ ਅਸੀਂ ਤਾਂ ਦਾਸ ਹਾਂ ਜੀ, ਅੰਦਰ ਸਾਡੇ ਹਉਮੈ ਦੀਆਂ ਦੀਵਾਰਾਂ ਖੜੀਆਂ ਹੁੰਦੀਆਂ ਨੇ। ਦਾਸ ਕਹਾਉਣ ਵਿੱਚ ਵੀ ਸਾਨੂੰ ਜਦੋਂ ਚਿੱਠੀਆਂ ਲਿਖਦੇ ਗੁਰੂ ਘਰ ਦਾ ਦਾਸ, ਦਾਸ ਕੌਣ ਕਹਿੰਦਾ? ਗੁਰੂ ਘਰ ਦਾ ਦਾਸ ਬਣ ਜਾਂਦਾ ਫਿਰ ਤਾਂ ਹਮਾਨ ਦੀਆਂ ਟੀਸੀਆਂ ਤੋਂ ਥੱਲੇ ਡਿੱਗ ਪੈਂਦਾ। ਬੈਠੇ ਹੋਏ ਉੱਥੇ ਆ, ਬੈਠੇ ਪ੍ਰਧਾਨਗੀ ਦੀ ਲੱਭਦੇ ਦੌੜ ਦੇ ਵਿੱਚ ਆ ਤੇ ਗੁਰੂ ਘਰ ਦੇ ਦਾਸ ਬਣ ਗਏ। ਸਤ ਸੰਗਤ
दास लफ्ज कोई छोटा ला थोड़ी है। दास सबन का कहते गुरु पातशाह, दास सगल का। सतगुरु जी का गुरु अर्जन देव महाराज का बचन है, कहते किदा छोड़ अभिमान, जदों अभिमान छड़ेगा ताई ना। जे को अपनी शोभा लोर है, साध संगत ए होमे छोरे। लो जदों होमे ही निकल गई फिर शोभा मंगनी ही किसी ने नहीं। शोभा मंगदा ही उन्नी देर जद तक अंदर हंकार है। जिदन हंकार मुक गया उदन शोभा भी नहीं किसी ने मंगनी, उन्हें कहना ही नहीं। फिर तो दास सब सगल का है। दास सगल का छोड़ अभिमान, नानक को गुर दीनो दान। कदों जदों गुरु ने कृपा कर दी। फिर होया कि कहते ने, फिर सतगुरु पातशाह जी गल समझाते हैं। कबीर जी ने एक बड़ी कमाल की गल की। कहते ने जदों यह अवस्था बनती है ना, फिर संतो मन पवनै सुख पाया। कहते संत जदों ये जो पवन वांगू उडारियां मारदा सी ना मन बाहर, ये हुण आत्मक अदोलता विच आके टिक गया, आके टिक गया। होगा कि गुरु पातशाह जी ने जिहड़ी गल अगे समझाई, कहते खावै दुख भूख साचे की, साचे ही तृप्तास रहे। खावे दुख भूख, लो खा ले। हुण की खा लिया? जिद तृप्तास का अर्थ हुंदा है तांग। जिवें जिवें कहंदे अंदर प्यारे नूं मिलन दी तांग वधदी है ना, प्यारे नूं मिलन दी तांग वधदी है। ये हुंदी उदों जो शब्द दा अंदर वासा होना है, शब्द नाल मुहब्बत बन जानी, शब्द नाल प्रेम बन जाना है। सत्संगत जिन्ने मर्जी कर्म कर लीए, जिन्ने मर्जी पखंड कर लीए, पर जे अंदर प्रीत नहीं ना बनी, अंदरों खाली है, तो फिर गल नहीं बननी। जिद नाल प्यारा बिसर गया, गुरु महाराज कहते उत अग च पा के साड़ दिओ। जालू ऐसी रीत जित मैं प्यारा बिसरै, नानक साई भली प्रीत जित साहिब सिद्धि पात्र है। प्रीत वही है जिहड़ी साहिब नाल पत बन जाए। जिस प्रीत नाल पत ही नहीं बनती, वो प्रीत कादी हुई? वो तो प्रीत थोड़ी है, वो तो दिखावा है। प्रीत में तो मिलाप है। तो गुरु साहब सच्चे पातशाह जी कहन लगे, बई जिस दिन शब्द का वासा हो गया फिर की होएगा? शब्द का रस आ गया, आनंद आ गया, जीवन बदल गया, अंदरों मर गया, अपनी सोच मर गई, जीवन च तब्दीली आ गई। जीवन ही तो बदलता, नाम रस जीवन ही तो बदलता है। सारिया परेशानियां वो सिद्धो जिहड़े तुहाडे दुख कलेश तुहाडियां परेशानियां जिहड़ियां ने, जिन्हां करके तुसीं संसार छड्ड आए हो, जंगलों में भटक रहे हो, वो सारियां खाधियां जाणगियां। खावे खावे दुख भूख, वो खाधियां जाणगियां, मुक जाणगियां। पर कदों जिदन शब्द का वासा हो गया। हुण गुरु नानक देव अपने मत गुण सिद्धां नूं समझाउंदे ने कि तुहाडे इन्हां कर्म कांडां नाल नहीं, दुख सुख नहीं खाते मुकने। दुख सुख मुकने ने गुरु शब्द नाल मुहब्बत पाउण नाल, प्रीत बनन पाउण दे नाल। कहंदे ने हुण तां बस इक्को ही चाहत रह गई, तां की बन गई? कदों मिलेगा, कदों मिलेगा, कदों आएगा, कदों बसेगा? फिर तो इक्को ही गल करदा, मिल मेरे प्रीतमा जियो, तुद बिन खरी नहीं माणी। मैं नैनी नींद ना आवे जियो, भावे अन्न ना पानी। फिर की हुंदा है? पानी अन्न ना भावे, मर गया खावे, बिन फिर क्यों सुख पाईए। फिर उन्हें इक्को ही सुख नजर आउंदा, बस मिलाप दा सुख। दुनिया के दुख सुख सब खा लिया, उन्हां तो उपर उठ गया। खान का मतलब उपर उठ गया, पता जीवन के हिस्से ने आना ही है। फिर कहते ने गुरु आगे करूं बेनती, जे गुरु भावे जो मिले तिवें मिलाइए। बेनती करता है, तृप्तासे हो गई, तांग बन गई। मिलाप की तांग है, दर्शन प्यासी दिन रात, चेतु अंदर नीत
खोल कपट गुर मेलिया नानक हर संग मीत सुन यार हमारे सज्जन कि करूं बिनतिया किस मोहन लाल प्यारे हूं फिरूं खजंतिया। इन्नी मोहब्बत है। कहते सिर ला के रखते हैं दिस तिस दस प्यारे सिर धरी उतारे एक भोरी दर्शन दीजै नैन हमारे प्रिया रंग रंगारे एक तिल भी ना तरीजै। क्यों हालत है मेरी तृप्तास से हो गए साचे ही तृप्तास रहे। लो जी मिलन की तांग वधदी जाती है दुखा सुखा नूं मुका लैंदा खा लैंदा है सच्चे प्रभु विच ही ओह तृप्त रहिंदा है। बिंदा नाम मिले मन तृप्ति है बिन नावे त्रिग जी वास। लानत फटकार 100 वारी फिट्टे मूंह है सो जीवन दे जिथे नाम दा वासा नहीं त्रिग जी वास। फिर यह पोजीशन ते पहुंच जाता है सिद्धो अनहद बाणी गुरमुख जानी विरला को अर्थावै नानक आखे सच सुभाखे सच रपे रंग कबहू ना जावे। अनहद होंदा लगातार एक रस चलन वाली रो जिन्हों आनंद सहज अनहद अनहद शब्द अनाहद शब्द सतगुरु जी कहते जोगी हुण फिर साज खटकाउण दी लोड़ नहीं। ਜਿਹੜੇ 5 ਸਾਜ਼ਾਂ ਵਿੱਚੋਂ ਤੁਹਾਡੇ ਅੰਦਰ ਇੱਕ ਮਿੱਠੀ ਜੀ ਧੁਨ ਕੱਢ ਕੇ ਵਜਾਉਂਦੇ ਹੋ ਮੇਰੇ ਅੰਦਰ ਆਪੇ ਵੱਜ ਪਈ ਹੈ। ਅਨਹਦ ਬਾਣੀ ਗੁਰਮੁਖ ਜਾਣੀ ਪਰ ਵਿਰਲਾ ਕੋ ਅਰਥਾਵੇ ਤਾਂ ਸਮਝਣਾ ਰਾਜ ਨੂੰ ਸਮਝਣਾ। ਕਹਿੰਦੇ ਰਾਜ ਨੂੰ ਕੋਈ ਵਿਰਲਾ ਹੀ ਸਮਝਦਾ ਇਸ ਗੱਲ ਨੂੰ। ਕਿਹੜੇ ਰਾਜ ਨੂੰ? ਅਨਹਦ ਬਾਣੀ ਉਹ ਆਨੰਦ ਦੀ ਰੋ एक रस व्यापक रो लगातार चलन वाला आनंद किसी गुरु के शरण पै के किसी बिरले नहीं जाने है। नहीं तो दुनिया तो अपनी जीवन में अजाई गवा रही है। कोई बिरला गुरमत चले जियो मार्ग ते कोई बिरला चलता है बाकी साडे वर्गे ने सारे चलन का क्या गल्लां तां असीं भी कर रहे हैं लोकां नूं तां असीं भी दिखाउने आ असीं भी चले हुए हैं पर तत्त नाल नहीं मिले असी मूल नाल जुड़े नहीं ऐ पत्ते फुल फल नहीं खाते रह गए साडा स्वाद उत्थे दा उत्थे रह गया रासी नहीं आया। सतगुरु कहन लगे सिद्धो देखो गल मन हाथी है पर चंचल हाथी नूं काबू कर लेना कीता जा सकता है फिर उन्होंने तांग ही नहीं रहिंदी। जिवें जिवें परमेश्वर नूं मिलण दी तांग वधदी है दुख सुख मुक जाते ने उन्होंने खा लैंदा है उहदे नाम विच तृप्त हो जाता है। फिर की होंदा है फिर आनंद दी रोज चल पैंदी है। वो आनंद दी रो लगातार चलण वाली ना टुटण वाली। अनहद बाणी गुरमुख जान पर गुरमुख दे गुरु दी शरण पैण वाला यह गल जानता है भेद उन्होंने पता है। उन्होंने पता भगत बिना सहसा न चुके गुर ये भेद बतावे। ये भुलेखे भरगटा भगती तो बिना दूर नहीं होनी हर के नाम बिना दुख पावे। प्रभु के नाम तो बिना दुख दूर नहीं होने पर भेद किनू लगता है भगत बिना तो तेन सिहारी भगती तो बिना सहसा न चूके गुरु ये भेद बतावे। गुरु दसदा है भेद गुरु पास गल पता लगती है। वो मन दियां भटकना नहीं मुकनिया जब तक गुरु की शरण में ना पे। सतगुरु जी कहन लगे अनहद बाणी गुरमुख जानी बिरला को अर्थावै राज बिरला ही समझदा। फिर होएगा कि नानक आखै नानक तो आखदा कि सच सुभावदा सच्ची गल बोलदा है सच्ची गल कहंदा। भाखे दा अर्थ हुंदा बोलना कहंदे कि सच्ची गल बोलदा नानक। फिर कहते वो मनुख सच्चे प्रभु नूं सिमरदा है। सच्ची गल ये है सच ये है वो सच बोलता है सच्चे नूं सिमरदा है। नानक ये गल समझा रहा है भी जदों अंतर्मुखी हो गया फिर सच्चे दे सिमरन च जुड़ता है तो फिर उस सच्चे का जुड़िया होया जिहड़ा रंग है वो नाम विच रंगिया जाता है
ਤੇ ਉਹ ਰੰਗ ਫਿਰ ਕਦੇ ਉਤਰਦਾ ਵੀ ਨਹੀਂ। ਸੱਚ ਰਬੇ ਦਾ ਮਤਲਬ ਰੰਗ ਰੰਗਿਆ ਗਿਆ, ਰੰਗ ਕਬੂ ਨਾ ਜਾਵੇ, ਤੇ ਉਹ ਰੰਗ ਕਦੀ ਉਤਰਦਾ ਵੀ ਨਹੀਂ। ਉਹ ਰੰਗ ਤਾਂ ਸਦਾ ਰਹਿਣ ਵਾਲਾ ਹੈ, ਉਹ ਰੰਗ ਸਦੀਵੀ ਹੈ। ਉਸ ਰੰਗ ਨੂੰ ਕਹਿੰਦੇ ਗੁਰੂ ਸਾਹਿਬ ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵੀ ਦਿੱਤਾ। ਇਹ ਲਾਲ ਰੰਗ ਕਿਹੜਾ? ਹਰੀ ਦੇ ਨਾਮ ਦਾ। ਸੰਤਾਂ ਸੰਗ ਬੈਸ ਗੁਣ ਗਾਏ, ਤਾਂ ਕਾ ਰੰਗ ਨਾ ਉਤਰੇ ਜਾਏ। ਉਹਦਾ ਰੰਗ ਕਦੀ ਨਹੀਂ ਉਤਰਦਾ, ਜਿਹੜਾ ਸਤਸੰਗੀਆਂ ਨਾਲ ਰੱਬੀ ਪਿਆਰਿਆਂ ਨਾਲ ਬੈਠ ਕੇ ਉਹਦੇ ਗੁਣਾਂ ਨੂੰ ਗਾਉਂਦਾ ਹੈ, ਉਹਦੇ ਗੁਣਾਂ ਨਾਲ ਮਿਲਾਪ ਕਰਦਾ। ਸਤਿਗੁਰੂ ਜੀ ਨੇ ਅੱਜ ਇਸ ਸ਼ਬਦ ਰਾਹੀਂ ਇਸ ਹਾਥੀ ਵਰਗੇ ਮਨ ਨੂੰ ਕਾਬੂ ਕਰਨ ਦਾ ਯਤਨ ਦੱਸਿਆ, ਤਰੀਕਾ ਦੱਸਿਆ ਕਿ ਮਨ ਜੋ ਮਸਤ ਹਾਥੀ ਦੀ ਨਿਆਈ ਹੈ, ਭੋਲਿਓ ਇਹਦਾ ਵਾਸਾ ਹਿਰਦੇ ਵਿੱਚ ਹੈ, ਅੰਦਰ ਹੈ, ਇਹਦਾ ਘਰ ਅੰਦਰ ਹੈ। ਜਦੋਂ ਗੁਰਮੁਖ ਆਪਣੇ ਮੂਲ ਨੂੰ ਪਛਾਣ ਲੈਂਦਾ ਹੈ, ਗੁਰੂ ਦੀ ਸ਼ਰਨ ਪੈ ਕੇ ਆਪਣੇ ਮੂਲ ਨੂੰ ਪਛਾਣ ਲੈਂਦਾ ਹੈ, ਤਾਂ ਇਹ ਮਨ ਸਥਿਰ ਹੋ ਜਾਂਦਾ ਹੈ, ਹਿਰਦੇ ਘਰ ਵਿੱਚ ਟਿਕ ਜਾਂਦਾ ਹੈ। ਹਾਥੀ ਵਰਗਾ ਮਨ ਕਾਬੂ 'ਚ ਆ ਜਾਂਦਾ ਹੈ। ਮਨ ਦਾ ਟਿਕਾਣਾ ਹਿਰਦੇ ਵਿੱਚ, ਪ੍ਰਾਣਾਂ ਦੀ ਟੇਕ ਨਾਭੀ ਹੈ। ਨਾਭੀ ਦੇ ਜਿੱਥੇ ਮਨ ਦਾ ਟਿਕਾਣਾ, ਉੱਥੇ ਜਦੋਂ ਪ੍ਰਾਣ ਆਰੰਭ ਹੁੰਦੇ ਨੇ, ਮਨ ਦਾ ਟਿਕਾਣਾ ਹੈ। ਸਤਿਗੁਰੂ ਜੀ ਕਹਿੰਦੇ ਮੱਝ ਦਾ ਮਨ ਫਿਰ ਨਿਜ ਘਰ ਵਿੱਚ ਵਸਦਾ ਹੈ, ਉਹਦਾ ਸਾਧਨ ਕੇਵਲ ਸਿਮਰਨ ਹੈ, ਨਾਮ ਹੈ, ਪਿਆਰ ਹੈ, ਯਾਦ ਹੈ। ਜਦੋਂ ਮਨੁੱਖ ਨੂੰ ਨਾਮ ਦੀ ਭੁੱਖ ਲੱਗਦੀ ਹੈ, ਫਿਰ ਸਾਰੇ ਦੁੱਖ ਸੁੱਖ ਖਤਮ ਹੋ ਜਾਂਦੇ ਹਨ, ਇਹਨਾਂ ਤੋਂ ਉੱਚਾ ਉੱਠ ਜਾਂਦਾ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਪੜ੍ਹਦੇ ਹਾਂ ਆਪਾਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ, ਕਦੋਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਇਹ ਅਵਸਥਾ ਤੇ ਪਹੁੰਚ ਗਿਆ, ਫਿਰ ਤ੍ਰਿਪਤ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਨਿਰਣਾ ਦੇ ਕੇ ਗੱਲ ਸਪਸ਼ਟ ਕਰ ਦਿੱਤੀ ਕਿ ਇਸ ਭੇਦ ਨੂੰ ਸ਼ਬਦ ਵਿੱਚ ਰੰਗਿਆ ਹੋਇਆ ਕੋਈ ਬਿਰਲਾ ਗੁਰਮੁਖ ਹੀ ਸਮਝਦਾ, ਜੋ ਸ਼ਬਦ ਵਿੱਚ ਰੰਗਿਆ ਹੋਇਆ ਹੈ। ਜਿਸ ਉੱਤੇ ਨਾਮ ਦਾ ਰੰਗ ਚੜ ਗਿਆ, ਉਹ ਰੰਗ ਉਤਰਦਾ ਹੀ ਨਹੀਂ। ਇਹ ਮਜੀਠੀ ਰੰਗ ਹੈ। ਬਾਕੀ ਸਰੀਰ, ਬਾਕੀ ਸੰਸਾਰ ਦੇ ਰੰਗ ਕਸੁੰਬੇ ਦੇ ਰੰਗ ਹਨ, ਉਹ ਥੋੜ ਚੁਰੇ ਹਨ। ਕੱਚਾ ਰੰਗ ਕਸੁੰਭ ਕਾ ਥੋੜਣਾ ਦਿਨ ਚਾਰ ਜੀਓ, ਜਾਂਦੇ ਬ੍ਰਹਮ ਨਾ ਲੱਗ ਗਈ। ਹੁਣ ਤਾਂ ਸਮਾਂ ਵੀ ਨਹੀਂ ਲੱਗਣਾ, ਉਹ ਤਾਂ ਕੱਚਾ ਰੰਗ ਕਸੁੰਭ ਦਾ ਹੈ। ਜਿਸ ਉੱਤੇ ਇਹ ਨਾਮ ਦਾ ਰੰਗ ਚੜ ਗਿਆ, ਤਿੰਨੇ ਭਵਨਾਂ ਵਿੱਚ ਇਲਾਹੀ ਪਰਮੇਸ਼ਰ ਵਿਆਪਕ ਦੱਸਦਾ, ਉਹਦਾ ਨਜ਼ਰ, ਉਹਦੀ ਇਲਾਹੀ ਜੋਤ ਦੇ ਦੀਦਾਰ ਹੁੰਦੇ ਨੇ, ਹਰ ਥਾਂ ਦਰਸ਼ਨ ਹੁੰਦੇ ਨੇ। ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ, ਰੂੜੀ ਬਾਣੀ ਜੋਰ ਪੇ ਨਾ ਇਹ ਰੰਗ ਲਹੇ ਨਾ ਜਾਏ। ਬਸ ਇਸ ਬਾਣੀ ਵਿੱਚ ਜੁੜ, ਉਸ ਯਾਦ ਵਿੱਚ ਜੁੜ। ਇਹ ਸਿੱਧੋ, ਇਹ ਜੋਗੀਓ, ਇਹ ਗੁਰੂ ਕੇ ਪਿਆਰ ਵਾਲੇ ਗੁਰਸਿੱਖੋ, ਮਨ ਟਿਕਾਉਂਦਾ ਸਾਧਨ ਸਿਵਰ ਗੁਰੂ ਦਾ ਨਾਮ ਹੈ, ਗੁਰੂ ਦਾ ਸ਼ਬਦ ਹੈ, ਗੁਰੂ ਦੀ ਸ਼ਰਨ ਹੈ। ਗੁਰੂ ਵਾਲੇ ਬਣੀਏ, ਗੁਰੂ ਪਾਸੋਂ ਦਾਤ ਲਈਏ, ਖੰਡੇ ਬਾਟੇ ਦੀ ਪੌਲ ਦੀ, ਫਿਰ ਸਵਾਸ ਸਵਾਸੋ ਦੀ ਯਾਦ ਵਿੱਚ ਜੁੜੀਏ, ਤੇ ਸਤਿਗੁਰੂ ਇਹ ਮਨ ਟਿਕਣ ਦਾ ਰਸਤਾ ਆਪਣੇ ਆਪ ਦੱਸ ਦਿੰਦੇ ਹਨ। ਭੁੱਲ ਚੁੱਕ ਦੀ ਖਿਮਾ ਜੀ। ਇੰਨੇ ਬਚਨ ਪ੍ਰਵਾਨ ਕਰਨੇ। ਸਾਰਿਆਂ ਨੂੰ ਬੇਨਤੀ ਹੈ, ਪਿਆਰ ਸਤਿ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।